बीत जावेगा, रोवेगा तेरो रोता मारेगा, फिर बेला बीत जावेगा। कबीर लूटना है तो लूट ले, राम नाम है लूट, फिर पाछे पछताओगे प्राण जाएंगे टूट। शब्द पढ़ो रागी सिंह, पढ़ो पढ़ो पढ़ो। वाहे गुरु साहेब जी, तेरे गुण बहुते मैं एक न जानिया, मैं मूर्ख किछ दीजै, प्रणवत नानक सुन मेरे साहेबा, डुबदा पत्थर लीजै, कौन जाने गुण तेरे, कौन जाने गुण तेरे, कौन जाने गुण तेरे, कौन जाने गुण तेरे। ऊंच अपार बेअंत स्वामी, ऊंच अपार बेअंत स्वामी, कौन जाने गुण तेरे, कौन जाने गुण तेरे। गावते उधरे सुनते उधरे, बिन से पाप खनेरे, सुनते उधरे, बिन से पाप कनेरे, बिन से पाप कने, बिन से पाप कने, कौन जाने गुण तेरे, कौन जाने गुण तेरे, कौन जाने
गुण तेरे कौन जाने गुण तेरे। पद का उतार 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 पशु पर पार उतार तेरी सदा सदा बलिहार दास तेरी शरणा सदा ऊंच अपार बेअंत स्वार बेअंत स्वार। कौन तेरे 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 जाने गुण तेरे गुण तेरे गुण तेरे आहे गुरु वाहिगुरु जी का खालसा वाहिगुरु जी की फतेह।
ਵਾਹਿਗੁਰੂ ਵਾਰ ਗੁਰੂ ਕਰਤਾ ਰਾਮਦਾਸ ਗੋਬਿੰਦ ਗੁਣ ਖਾਨੀ ਨਿਰਵੈ ਹਰਿ ਕ੍ਰਿਸ਼ਨ ਧਿਆਏ ਅਰਜੁਨ ਦਸ ਨਾ ਪ੍ਰਭ ਤਾਂਕਾ ਕੀਨੋ ਸਿਰ ਨਾ ਦਿਆ ਨਾ ਜੀ ਤੇਰੇ ਕਵਣ ਸਾਧ ਗੁਣੀ ਨਿਧਾਨਾ ਜੀ ਗਾਵਾ ਸਾਹਿਬ ਗੁਣੀ ਗੁਣ ਨਾ ਗਾਵਾ ਗੁਣ ਕਵਣ ਗੁਣ ਕਹਿ ਨਿਦਾਨਾ ਜੀ ਸਾਹਿਬ ਗੁਣ ਕਹਿ ਕਹਿ ਗਾ ਨਾ ਕੋ ਸਾਹਿਬ ਮੈਂ ਤੁਝ ਬਿਨ ਤੂੰ ਹੈ ਮੇਰੇ ਤੀ ਵਿੱਚ ਕਾਸ਼ਟ ਮਨ ਹਰ ਜਪ
ਮਾਣਿਆ ਮਾਨ ਆਵੈ ਨਾਨਕ ਸਾਹਿਬ ਪਾਏ। ਕਵਣ 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 ਗੁਣੀ ਨਿਧਾਨ ਕਹਿ ਕਹਿ ਪਰਮ ਸਤਿਕਾਰ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਦੂਰੋਂ ਨੇੜਿਓਂ ਚੱਲ ਕੇ ਦਾ ਤੇ ਪ੍ਰੇਮ ਲੈ ਕੇ ਧੰਨ ਹਜ਼ੂਰੀ ਵਿੱਚ ਕੀਰਤਨ ਸਾਡੇ ਤੋਂ ਸੰਗਤਾਂ ਵੰਦਨਾ ਬਾਣੀ ਸੰਗਤ ਨੇ ਸੁਣ ਕੇ ਆਪਣੇ ਕਾਰ ਕਰਨ ਵਾਲੇ ਫਤਿਹ ਸਿਉ ਗੁਰੂ ਪ੍ਰਾਪਤ ਹੋ ਨਹੀਂ ਹੁੰਦੀ ਵੱਡ ਪ੍ਰਾਪਤ ਤਾਂ ਦੂਰੋਂ ਵੀ ਆ ਕੇ ਲਾਹਾ ਨਹੀਂ ਲੈ ਸਕਦੇ। ਜੀ ਨੇ ਕਈ ਉਦਾਹਰਨ ਕਿ ਜੇ ਕੋਈ
ਕੀਮਤੀ ਹੀਰੇ ਨੇ। ਬਗਲਾ ਲੈ ਵੀ ਗਏ ਹੀਰੇ ਮੋਤੀ ਮੁਕਤ में चला गया खसम एवं अंदर मान सरोवर ते सबदा ही बचन अपनी वारां संगत चारा ने मोती इनू गुरमुख मुख ने मोती अते नहीं आउंदे आ जाणगे वासियां कोई जाणगे बाहर खड़े दिओ जिथों आपां पी रही है दुध नहीं पींदी वेद पढ़ पढ़ के भी ते भाई नूं पता है कदे हुन्ने आ किते ना किते कुछ ना कुछ दे इत्थे अमृत प्राप्त भज लैंदी है पर देखो कि ये उत्ते जोक कदे नहीं पींदी जोक। तीजा प्रमाण भाई साहब तुसी महंगे तो महंगा परफ्यूम छिड़क लो सुगंधी वाली थान ते मक्खी ਉਹਦਾ ਕੱਠ कित्थे हुंदा है जिथे गंदगी का ढेर हुंदा है। परम महा जाती है जिधर दोखी ने लगती चार पंज सकता एक बार ने सुन चार से सत
ਤਨਾ ਭਾਵੇ ਮਾਖੀ ਉਹੀ ਭਾਈ ਜੀ ਦਾ ਮੇਲ ਹੈ ਨਾ। ਪੜ੍ਹਨੀ ਪੜ੍ਹੋ, ਖੜਕਾ ਜੇ ਇਕੱਲੇ ਨੂੰ ਜਦੋਂ ਉਹਦੇ ਭਾਈ ਇਹਨੂੰ ਚੁੱਪ ਕਰਾਓ, ਤਾਂ ਨਹੀਂ ਹੋਏਗੀ ਪਾਸਿਓ ਖੜਕਾ ਆਏਗਾ। ਬੀਆਂ ਹੋਰ ਰੌਲਾ ਬਣਾਉਣੀਆਂ ਜ਼ਰੂਰ ਤੂੰ ਲਿਆਉਂਦੀ ਹੈ ਸੰਗਤ ਨਾ ਵਰਤਾਓਗੇ ਕਰੋਗੇ ਸਾਨੂੰ ਹੋਣਾ ਕਿ ਦੋਨਾਂ ਆਪਣੇ ਤਰੀ ਛਕਣੀ ਹੋਰ ਆਏ ਚਲੋ ਤਾਂ ਹੁਣ ਸੰਗ ਦੇਵੀਗੜ੍ਹ ਤੋਂ ਬਾਹਰ ਕਨਸੂਰ ਚੰਗਾ ਨਹੀਂ ਲੱਗਦਾ। ਸਤ ਸੰਗ ਪਾਪੀਆਂ ਹਰੀ ਦੀ ਕਥਾ ਨੂੰ ਨਾ ਭਾਵੇ ਪਾਪੀਆਂ ਨੂੰ ਨਾ, ਹਰੀ ਦੀ ਕਥਾ ਚੰਗੀ ਨਾ ਲੱਗੇ ਨਾ ਭਾਵੇ। ਪੀਰ ਪਾਪੀ ਭਗਤ ਆਏ ਮਾਖੀ ਚੰਦਨ ਪਰ ਹਰੈ ਜਹ ਵੱਡੇ ਕਿ ਗੁਰੂ ਕੀ ਸੰਗਤ ਬਾਣੀ ਦੀ ਜਿਹਨੂੰ ਮਿਲੀ ਹੈ ਗੁਰੂ ਕੀ ਸੰਗਤ ਜੀ ਤਰ ਚੱਲ ਧੰਨ ਵੱਡੇ ਭਰਾ ਦੀ ਦੁਨਿਆਵੀ ਜਿਹੜੀ ਵਿਦਿਆ
ਬਾਬਾ ਬੁੱਢਾ ਸਾਹਿਬ ਨੇ ਵਿਦਿਆ ਸੀ, ਬਹਾਦਰ ਮਾਰ ਨੂੰ ਪੜ੍ਹਾਈ। ਭਾਈ ਵਾਲੇ ਭਾਈ ਲਾਲ ਇਹਨਾਂ 14 ਸਾਲ ਦੀ ਉਮਰ ਵਿੱਚ ਜੀ ਨਾਲ ਇਹਨਾਂ ਦੇ ਪਿਤਾ ਦਾ ਨਾਮ ਥੋੜੇ ਦਿਨ ਹੀ ਜੰਗ ਕੀਤੇ। ਛੇਵੇਂ ਅਜੇ ਬੜੇ ਉਹਨਾਂ ਦੇ ਤੀਰ ਹੋ ਸਕਦੇ ਨੇ, ਪਰ ਜ਼ਮੀਨ ਵਾਸਤੇ ਜਾਂ ਪੈਸੇ ਵਾਸਤੇ ਬਣੇ ਇੱਥੇ ਕਬਜ਼ਾ ਨਹੀਂ ਕੀਤਾ। ਜੰਗ ਕਰਨੀ ਕੇ ਨਹੀਂ ਗਏ ਨਾ, ਜਿਹੜਾ ਚੜ ਕੇ ਆਇਆ ਆਪਣੀ ਸਵੈ ਰੱਖਿਆ ਤੈਅ ਕਰਤਾ। ਵੀ ਪਾਪ ਹੈ ਤੇ ਕਿਸੇ ਤੋਂ ਡਰ ਚੜਾਈ ਛੇਵੇਂ ਪਾਤਸ਼ਾਹ ਕਿਸੇ ਜਿਹੜਾ ਚੌਥਾ ਤੇ ਮਾਤਾ ਨਾਨਕੀ ਤੇ ਬਦਲ ਸਕਦਾ ਹੈ। ਕਦੇ ਆਪਣੇ ਥੋੜੇ ਜਿਹੇ ਦਿਨ ਕਰੋ ਨਾ, ਸੁਣੋ ਨੇ ਅਜੇ ਵਿਆਹ ਤੇ ਉਮਰ ਦੁਪਹਿਰ ਹੋ ਗਈ ਤੇ ਮਾਰ ਨੂੰ ਕੋ ਵੱਡੀ ਉਮਰ ਅਜੇ ਵਾਪਸ ਧੰਨ ਗੁਰ ਫਿਰ ਸ਼ਹੀਦ ਹੋ ਛੱਡ ਕੇ ਨਹੀਂ ਆਉਂਦਾ। ਆਪਾਂ ਫਤਾਰ ਤੇ ਝੂਠ ਦੇ ਨਾਲ ਹੋਗੀ ਬਈ, ਠੀਕ ਆ, ਤੇ ਝੂਠ ਦੇ ਨਾਲ ਹੋਗੀ ਬਈ, ਠੀਕ ਆ ਸੀ ਉਹ
ਜਦੋਂ ਦਾ ਫਤਿਹ ਡੰਕਾ ਉੜਕ ਸੱਚ ਰਹੀ। ਇਹ ਜਿਹਨੂੰ ਭੇਜਿਆ ਇੱਧਰ ਪਹਾੜੀ ਉੱਥੇ ਬਾਬਾ ਬਹੁਤ ਧਰਤੀ ਇਲਾਕਾ ਦੇ ਸਾਹਿਬ ਦਾ ਇਲਾਕਾ ਦੇਖਿਆ। ਇੱਕ ਪਾਸੇ ਇਹ ਜਗ੍ਹਾ ਦੇਖ ਰਹੇ ਨੇ ਗੁਰਦੱਤਾ ਜੀ ਨੂੰ ਦਰਸ਼ਨ ਵੀ ਹੋਏ ਨੇ। ਇਹ ਬੱਕਰੀਆਂ ਇਹਦੀਆਂ ਬੱਕਰੀਆਂ ਸ਼ੇਰ ਬੱਕਰੀ ਸਿੰਘ ਬੱਬਰ ਸ਼ੇਰ ਨੂੰ ਇੱਕ ਜਿਹੜੇ ਸ਼ੇਰ ਕਹਿੰਦੇ ਨੇ ਦੇ ਮਗਰ ਸਿੰਘ ਹੈ ਨਾ, ਮੰਨੇ ਨਹੀਂ ਜਾਂਦੇ ਹੁੰਦੇ ਕਦੇ ਨਹੀਂ ਕਿ ਉਹਦੇ ਕਿਸੇ ਰੋਮ ਨੂੰ ਹੱਥ ਲਾ ਦੇਵੇ। ਪਰ ਸ਼ੇਰ ਬੱਬਰ ਨਹੀਂ ਕਦੇ ਨਹੀਂ, ਬੱਬਰ ਸ਼ੇਰ ਪੁੱਠੀ ਵਗ ਗਈ ਇਹਨਾਂ ਨਾਲੇ ਸਿੰਘ ਮੁੰਨੇ। ਦੋ ਗੱਲਾਂ ਨਹੀਂ ਹੋ ਸਕਦੀਆਂ ਬਾਈ, ਟੁੱਟਾ ਜਾ ਲੋ ਤੇਲੂ ਨਾ ਰੱਖੋ ਆਪਣੇ ਨਾਮ ਦੱਸਣ ਦੀਆਂ ਗੱਲਾਂ ਦੀਆਂ ਗੱਲਾਂ। ਜਦੋਂ ਡਾਊਨ ਮਰਦ ਦੇ ਜ਼ਮੀਰ ਵਾਲੀ ਗੱਲ ਤਾਂ ਨਹੀਂ ਹੁੰਦੀ, ਵੈਸੇ ਫਿਰ ਮਰਜ਼ੀ ਕਰੀ ਜਾਏ ਅਗਲਾ, ਫਿਰ ਪੈਸੇ ਦਿੱਤੇ ਹੁੰਦੇ ਨਾ। ਸਾਡਾ ਅਸੀਂ ਗੁਰੂ ਨਾਨਕ ਦੇ ਉੱਤੇ ਮਿਲ ਸਕਦੇ ਹੋ, ਪੜਿਆ ਸਵਾਲ ਜਵਾਬ ਕਰ ਸਕਦਾ ਹੈ। ਖੋਪਰੀਆਂ ਥੱਲੇ ਬੈਠ ਕੇ ਸਿੱਖਾਂ ਦੇ ਪੁੱਤਰ ਬਿਨਾਂ ਵਜ੍ਹਾ ਤੋਂ ਹੀ ਜਵਾਨੀ ਧਰਤੀ ਸ਼ਹੀਦਾਂ ਦੀ ਆ ਨੇੜੇ ਤੁਹਾਡੇ ਗੁਰੂ ਘਰ ਦੇ ਆਨੰਦ ਆਪਣਾ ਪੁੱਠੀ ਖਾਲੋ ਹਾਲੀ ਮਾਰ ਦਾ ਸਥਾਨ ਦੁਖ ਨਿਵਾਰਨ ਸਾਹਿਬ, ਫਤਿਹਗੜ੍ਹ ਸਾਹਿਬ ਕੋਈ ਸਿਆਣਪ ਨਹੀਂ ਹੈ ਕਿ ਆਪਾਂ ਪ੍ਰਾਪਤੀ
ਕੱਖ ਨਹੀਂ ਹੋਇਆ। ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ। ਵੇਖ ਸੰਤ ਨਹੀਂ ਹੁੰਦੇ, ਨਹੀਂ ਹੁੰਦਾ ਨਾ ਹੋਵੇ। ਜਿਹਦੇ ਜਵਾਕ ਨਹੀਂ ਨਾ, ਨਿੰਦਿਆਂ ਨਾਲ ਕੀ ਵਿਗੜਦਾ। ਦੀਆਂ ਬੱਕਰੀਆਂ ਸ਼ੇਰ, ਗੱਲ ਅਚਰਜ ਕਥਾ ਨਹੀਂ ਹੈ ਹੋਵੇ, ਉਹਨੂੰ ਕਹਿੰਦੇ ਨੇ ਸਾਧ ਅਚਰਜ। ਮਾਸ ਉਹਨੂੰ ਬੱਕਰੀ ਦਾ, ਪਰ ਲੱਗਦਾ। ਪਰ ਦੇਖੋ ਸਿਮਰਨ ਵਿੱਚ ਇੰਨੀ ਬਰਕਤ ਹੈ, ਜ਼ਿੰਦਗੀ ਕਰਨ ਵਾਲਿਆਂ ਦੀਆਂ ਬੱਕਰੀਆਂ ਸ਼ੇਰ ਦੀ ਸਵਾਰੀ ਵੀ ਕਰਦੇ। ਪਾਤਸ਼ਾਹ ਮਹਾਰਾਜ ਗਏ ਪਤਾ ਲੱਗਿਆ ਕਿ ਛੇਵੇਂ ਆਪਣਾ ਅਸਰ ਪਾਉਣ ਵਾਸਤੇ ਖੜਾ ਰਹਿੰਦਾ। ਆਪਾਂ ਗਲੀ ਚੋਂ ਘੱਟ ਹੀ ਲੰਘਨੇ, ਨਹੀਂ ਨਾ ਲੰਘਦੇ। ਚਰਜ ਬਾਤ ਨਹੀਂ ਹੈ। ਸ਼ੇਰ ਨੂੰ ਦੇਖ ਕੇ ਵੱਡੇ ਰਾਠ ਜਿਹੜੇ ਗੱਲਾਂ ਡਿੱਗ ਜਾਂਦੀ ਹੈ। ਦਾ ਇੱਕ ਕੰਮ ਬਣਦਾ ਫਿਰ, ਜਦ ਤਾਂ ਸ਼ੇਰ ਉਹਨੂੰ ਮਾਰ, ਪਤਾ ਹੁਣ ਕੰਮ ਆਰ ਪਾਰ ਦਾ ਹੀ ਹੈ, ਕਿਸੇ ਤੋਂ ਹੀ ਚੱਲਦੀ ਹੈ। ਸ਼ੇਰ ਵੱਲ ਦੇਖ, ਜਿੱਥੇ ਗੋਲੀ ਦਾ ਸੁਭਾਅ ਹੈ, ਜੋ ਡੰਡਾ ਮਾਰਨ ਵਾਲੇ ਦਾ ਹੈ, ਪਰ ਮਨ ਸੁਖ ਆਉਂਦਾ ਹੈ। ਜੇ ਤੋਂ ਕਰਜ਼ਾ ਲੈ ਗਿਆ, ਉਸ ਕਰਮਾਂ ਆਪਣਿਆ ਜੋ ਦੋਸ਼ ਨਾ ਦੀ ਸੋਈ, ਆਪਣਾ ਕੀਆ ਪਾਵੈ ਸੋਈ। ਦੋਸ਼ ਮੜਦਾ, ਆਹ ਕਰਿਆ ਉਹਨੇ, ਆਹ ਕਰ ਦਿੱਤਾ। ਕਹਿੰਦੇ ਨੇ ਬਈ ਇਹ ਤਾਂ ਤੇਰੇ ਕੀਤੇ ਹੋਏ ਤੈਨੂੰ ਦੋਸ਼ ਨਾ ਦਿਓ ਕਿਸੇ। ਆਪਣਿਆ ਦੋਸ਼ ਨਾ ਦੀਜੈ ਅਵਰ
किसै दुधा दोष न देओ। दद्दा दोष न जो मैं किया सो मैं पाया दोष न। शेर उत्थे पहुंच गुरमुख ते दुख सुख आंदा मैं भुगतना पै चंगा हो गया करजा लै गया मेरे सिरों। कुछ मड़दा ओ किता इन्हें आ करता ਐਵੇਂ ਦੋਸ਼ ਨਾ ਦੇ ਦੂਜਿਆਂ ਨੂੰ तेरे ਕੀਤੇ ਕਰਮਾਂ ਦਾ ਫਲ है। करके आया सुंदर शाह महाराज ते प्रभाव पाने वास्ते डर जाणगे। सुंदर शाह बैठा उत्ते शेर दे उत्थे आकड़िया खड़ा बड़ियां चाबकां मारदा। सुंदर शाह उतरिया जंग थल्ले आ गया हंकार सी जिहड़ा शक्तियां इन्हें फिर मारते तीन सवाल च हीरा लग्या सी ना मारदे बहुत आया की मारदे साहिबजादे कोल बैठे सी की मारदे महल की माता दमोदरी माता मरवाही माता गुजरी धन ये महल भी नाल सी महाराज दे ते फकीर कहंदा सुन के मार कहंदे दौलत गुजरान पीर हिंदू ना मुसलमान। श्रद्धा हो गई मन च महाराज कृपा करो महाराज कहंदे भाई बिधि चंद जी नूं मिलो। जी दा सडौल शरीर मिर्ग वर्गे नेत्र पूणियां वर्गे मशहरे त्यार पर त्यार सुरत बड़ी उच्ची छीना गुरु का सीना इन्ना प्यार करते सी छेवें पातशाह महाराज। अवतार सिंह जी सुर सिंह मौजूदा मुखी ने जेड़े उन्होंने लगता भी भाई बिधि चंद जी किड्डे जवान होणगे जिन्हां दी अंस बंस विच एडे एडे फिर नेत्र किवें हर वेले सुरत चढ़ी रहिंदी है। जिवें भाई बिधि चंद जी नाल विचार वटांदरा जदों होया सोचे तां बाहरों ही लगदे ने खंडे किरपाना चक्की अंदर सुरत तां बड़ी उच्ची है इन्हां दी आत्म ज्ञान दे खजाने भरे हुए ने। इन्ना प्यार हो गया इन्ना स्नेह हो गया सांझ कीजै गुणे केरी छाड़ अवगुण चली है। भाई बिधि चंद जी हुण अपना इन्ना स्नेह हो गया गुणा करके मेरा ये मनो फुरना है कि आपां जदों शरीर शाह ते भाई बिधि चंद चंगा पीर साईं जे तेरा ऐसा ही ख्याल है कट्ठे ही छड्ड लांगे शरीर। सुंदर शाह की तैयारी है हुण कीरतपुर साहब भाई बिधि चंद जी बेनती करते महाराज मैं सुंदर शाह नाल बचन कर आया सी उहदा हुण वक्त अंत है। इधर छेवें पातशाह की भी तैयारी सी ना सचखंड जाण दे ते सेवक दा ते सग्गे मर चली है।
ਮਗਰੋਂ ਤਾਂ ਫਿਰ ਧੱਕਾ ਹੀ ਹੁੰਦੇ ਨੇ, ਰੁਲਣਾ ਹੀ ਹੁੰਦਾ ਸਾਧ ਸੰਗਤ ਜੀ। ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਕਾਹਦਾ ਜੀਵਨ ਹੁੰਦਾ? ਐਵੇਂ ਠੋਕਰਾਂ ਖਾਣੀਆਂ ਹੁੰਦੀਆਂ। ਉਦੋਂ ਨਹੀਂ ਪਤਾ ਹੁੰਦਾ ਉਸ ਆਨੰਦ ਦਾ। ਛਾਂ ਦੇ ਥੱਲੇ ਬੈਠਾ ਰੁੱਖ ਦੀ ਛਾਂ ਦਾ ਆਨੰਦ ਦਾ ਨਹੀਂ ਪਤਾ ਲੱਗਦਾ। ਜਦੋਂ ਥੋੜ੍ਹਾ ਧੁੱਪੀ ਹੋਈ ਹੈ ਨਾ, ਫਿਰ ਪਤਾ ਲੱਗਦਾ ਛਾਂ ਦੇ ਵਿੱਚ ਕਿੰਨਾ ਕੁ ਸੁੱਖ ਸੀ। ਜਦੋਂ ਮਾਂ ਪਿਓ ਸਿਰ 'ਤੇ ਹੁੰਦੇ ਨੇ ਉਦੋਂ ਨਹੀਂ ਪਤਾ ਹੁੰਦਾ। ਉਦੋਂ ਪਤਾ ਲੱਗਦਾ ਜਦੋਂ ਛਾਂ ਹਟ ਜਾਂਦੀ ਹੈ ਸਿਰੋਂ, ਕਿ ਮਾਂ ਪਿਓ ਦਾ ਕਿੰਨਾ ਕੁ ਸੁੱਖ ਹੁੰਦਾ ਹੈ। ਤਾਂ ਐਵੇਂ ਬੋਲੀ ਜਾਂਦੇ, ਪਤਾ ਹੀ ਨਹੀਂ ਤੁਹਾਨੂੰ। ਤੁਸੀਂ ਪਤੇ ਵਾਲੇ ਹੁਣੇ ਹੀ ਜੰਮੇ ਹੋ, ਕਿਉਂਕਿ ਇਹਨਾਂ ਨੂੰ ਕੀ ਪਤਾ ਹੈ। 80 ਸਾਲ ਦੀ ਉਮਰ, 90 ਸਾਲ ਦੀ, ਜਿੰਨਾ ਇਹਨਾਂ ਨੂੰ ਪਤਾ ਹੈ ਤੁਹਾਨੂੰ ਕੀ। ਮਿੰਟ ਸ਼ਾਮ ਨੂੰ 5-4 ਗੱਲਾਂ ਬਹਿ ਕੇ ਇਹਨਾਂ ਕੋਲ ਕਰ ਲਿਆ ਕਰੋ। ਇਹਨਾਂ ਦਾ ਸਾਰਾ ਥਕੇਵਾਂ, ਬੜੀ ਚੰਗੀ ਨੀਂਦ ਸੌਣਗੇ ਬਜ਼ੁਰਗ। ਪਰ ਬੈਠਾ ਤਜਰਬਾ ਹੈ, ਇਹਨਾਂ ਨੇ ਹੱਥੀਂ ਕੰਮ ਕੀਤੇ ਹੋਏ ਨੇ ਸਾਰੇ। ਬੜੇ ਦੁੱਖ ਸੁੱਖ ਝੱਲੇ ਹੋਏ ਨੇ ਇਹਨਾਂ ਦੇ ਸਰੀਰ ਵਿੱਚ, ਘਾਟੇ ਵਾਧੇ। ਬੈਠਿਆ ਕਰੋ ਇਹਨਾਂ ਕੋਲ ਜ਼ਰੂਰ ਸ਼ਾਮ ਨੂੰ, ਬੜੀਆਂ ਚੰਗੀਆਂ ਗੱਲਾਂ ਤੁਹਾਨੂੰ ਮਿਲਣਗੀਆਂ ਇਹਨਾਂ। ਤੁਸੀਂ ਸਰਚ ਕਰਦੇ ਫਿਰਦੇ ਹੋ, ਸਰਚ ਤਾਂ ਤੁਹਾਡੇ ਕੋਲ ਆ ਸਾਰਾ। ਬਜ਼ੁਰਗਾਂ ਕੋਲ ਬਹਿ ਜਾ ਕਰੋ ਜੀ। ਭਾਈ ਬਿਧੀ ਚੰਦ ਦੀ ਆਗਿਆ ਮੰਗਦੇ ਆ, ਮਹਾਰਾਜ ਹੁਣ ਆਗਿਆ ਦਿਓ। ਬਾਬਾ ਟਲ ਨਹੀਂ ਆਇਆ। ਅੱਜ ਬਿਧੀ ਚੰਦ ਦੀ ਆਗਿਆ ਲੈ ਕੇ ਤੁਰਨ ਲੱਗੇ। ਜਦੋਂ ਕਿਹਾ ਕਹਿ ਸਿੱਖ ਰੋਜ਼ ਰੋਜ਼ ਜਨਮ ਨਹੀਂ ਲੈਂਦੇ, ਕਦੇ ਕਦੇ ਕਿਸੇ ਮਾਂ ਦੀ, ਕਦੇ ਕਦੇ ਤੀਆਂ ਵਰਗੇ ਅਥਰੂ ਨਿਕਲੇ, ਪਵਿੱਤਰ ਦਾੜੇ ਤਿਆਗ ਕੇ ਰੁਕ ਗਏ। ਗੁਰੂ ਦੀ ਯਾਦ ਵਿੱਚ ਆ ਜਾਵੇ ਤਾਂ ਮਨ ਤੋਂ ਦੇ ਮੋਹ ਵਿੱਚ ਰੋਂਦਾ ਹੈ, ਬੱਚਿਆਂ ਦੇ ਇੱਧਰ ਨੇਤਰ ਭਰਨ ਤਾਂ ਵਿਰਾਗ। ਸਿੱਕੇ ਦੇ ਦੋ ਸਾਈਡਾਂ ਹੀ ਨੇ, ਤੇ ਮਨ ਦੇ ਮੋਹ ਵਿੱਚ ਰੋਂਦਾ ਹੈ ਤੇ ਮਨ ਮੈਲਾ ਹੁੰਦਾ ਹੈ। ਸ੍ਰੀ ਛੱਡਿਆ ਦਿਓ ਨਗਰ ਸੁੰਦਰ ਸ਼ਾਹ ਦੀ ਜਗ੍ਹਾ ਵੀ ਉੱਥੇ ਬਣੀ ਹੈ, ਤੇ ਭਾਈ ਬਿਧੀ ਕਰਾ ਰਹੇ। ਚਿਹਰਾ ਸ਼ਾਹ ਨੇ ਗੁਰੂ ਨਾਨਕ ਦੇਵ ਮਾਨ ਨੂੰ ਛੇਵੇਂ ਜਾਮੇ ਚ ਆ ਕੇ ਸ਼ਕ ਤੇ ਬੁੱਢਨ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਉਡੀਕ ਵਿੱਚ ਸੀ, ਆਪ ਜੀ ਬਚਨ ਕਰ ਗਏ ਸੀ ਪਹਿਲੇ ਜਾਮੇ 'ਚ, ਮੇਰੀ ਇੱਛਾ ਪੂਰੀ ਕਰੋ। ਪੀਰ ਸਾਈਂ ਮੈਂ ਤਾਂ ਉਹਨਾਂ ਦਾ ਸਾਹਿਬਜ਼ਾਦਾ, ਹੁਣ ਆਉਣਗੇ ਉਹ ਤੇ ਤੁਹਾਡੀ ਇੱਛਾ ਪੂਰੀ ਕਰਨਗੇ ਜ਼ਰੂਰ। ਇਹ ਬਾਬਾ ਗੁਰਦਿੱਤਾ ਜੀ ਨੇ ਜਗ੍ਹਾ ਦੇਖੀ, ਕੀਰਤਪੁਰ ਸਾਹਿਬ ਨਗਰ ਵਸਾਇਆ ਛੇਵੇਂ ਪਾਤਸ਼ਾਹ ਮਹਾਰਾਜ ਨੇ। ਜਿਹੜਾ ਹਰਗੋਬਿੰਦਪੁਰਾ ਹੈ, ਵੈਸੇ ਗੁਰੂਆਂ ਨੇ ਕੋਈ ਨਗਰ ਆਪਣੇ ਨਾਂ 'ਤੇ ਨਹੀਂ ਵਸਾਇਆ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰਾ ਰੱਖਿਆ, ਗੁਰੂ ਅੰਗਦ ਜੀ ਨੇ ਖਡੂਰ ਸਾਹਿਬ ਰੱਖਿਆ, ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਰੱਖਿਆ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਅੰਮ੍ਰਿਤਸਰ,
ਰਾਮਦਾਸਪੁਰਾ ਵੀ ਰੱਖਿਆ, ਪੰਜਵੇਂ ਪਾਤਸ਼ਾਹ ਮਹਾਰਾਜ ਨੇ ਰੱਖਿਆ ਸੀ ਰਾਮਦਾਸਪੁਰ। ਵੈਸੇ ਸਾਡਾ ਸੰਬੰਧ ਦਰਬਾਰ ਸਾਹਿਬ ਨਾਲ ਹੈ। ਅੰਮ੍ਰਿਤਸਰ ਸ਼ਹਿਰ ਦਾ ਨਾਂ ਹੈ, ਜਿਵੇਂ ਸ਼ਹਿਰ ਦਾ ਨਾਂ ਆਨੰਦਪੁਰ ਹੈ, ਤੇ ਸਾਡਾ ਸੰਬੰਧ ਕੇਸਗੜ੍ਹ ਸਾਹਿਬ ਨਾਲ, ਤਖਤ ਨਾਲ ਹੈ, ਨਗਰ ਨਾਲ ਨਹੀਂ। ਉਹ ਨਗਰ ਸਤਿਕਾਰਯੋਗ ਹੈ ਜਿੱਥੇ ਸਤਿਗੁਰਾਂ ਨੇ ਮੁਬਾਰਕ ਚਰਨ ਪਾ ਕੇ ਆਪ ਨਗਰ ਵਸਾਇਆ। ਸੋ ਸਾਧ ਸੰਗਤ ਜੀ, ਕੀਰਤਪੁਰ ਸਾਹਿਬ ਨਗਰ ਵਸਾਇਆ ਮਹਾਰਾਜ ਨੇ। ਬਾਬਾ ਗੁਰਦਿੱਤਾ ਜੀ ਦੇ ਘਰੋਂ ਛੇਵੇਂ ਪਾਤਸ਼ਾਹ ਦੀ ਨੂੰਹ, ਇਹਨਾਂ ਦੀ ਕੁੱਖੋਂ ਸੱਤਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਹੋਣਾ ਹੈ। ਸਮਾਂ ਹੈ ਜਨਮ ਦਾ। ਛੇਵੇਂ ਪਾਤਸ਼ਾਹ ਕਹਿੰਦੇ ਨੇ ਬਾਬਾ ਗੁਰਦਿੱਤਾ, ਜਾ ਸਾਡੀ ਨੂੰਹ ਨੂੰ ਕਹੋ ਜਾ ਕੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰੇ। ਜਿੰਨੇ ਉਹਦੀ ਕੁੱਖੋਂ ਜਨਮ ਲੈਣਾ ਉਹਨੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣਨਾ ਹੈ। ਮਾਤਾ ਨੇ ਪਹਿਲਾਂ ਤਿਆਰੀ ਕਰਨੀ ਹੈ। ਮਾਂ ਮਾਤਾ ਹੈ ਨਾ, ਕੁੱਖ ਤੋਂ ਜੀਵਨ ਸ਼ੁਰੂ ਹੋ ਰਿਹਾ ਹੈ। ਜਿਸ ਮਾਂ ਦੇ ਖਿਆਲ ਚੰਗੇ ਨੇ, ਖੁਸ਼ ਰਹਿੰਦੀ ਹੈ, ਚੰਗੀ ਬਿਰਤੀ ਉਹਦੀ ਚੰਗੀ, ਉਹਦੀ ਕੁੱਖ ਤੋਂ ਅਰੋਗ, ਤੰਦਰੁਸਤ ਤੇ ਚੰਗੇ ਖਿਆਲਾਂ ਵਾਲਾ ਬੱਚਾ ਜਨਮ ਲੈਂਦਾ ਹੈ। ਕੁੱਖ ਵਿੱਚ ਪਰਵਰਿਸ਼ ਹੋ ਰਹੀ ਹੈ ਬੱਚੇ ਦੀ, ਤੇ ਮਾਂ ਚਿੰਤਾਤੁਰ ਹੈ, ਸੜਦੀ ਬਲਦੀ ਹੈ, ਦੁਖੀ ਹੈ, ਸ਼ਾਂਤ ਹੈ। ਰੋਗੀ ਬੱਚਾ ਪੈਦਾ ਹੋਏਗਾ ਤੇ ਨੀਵੇਂ ਖਿਆਲ ਹੋਣਗੇ ਉਹਦੇ। ਜਿਹੋ ਜਿਹੇ ਖਿਆਲ ਮਾਤਾ ਦੇ ਹੋਣਗੇ, ਜੇ ਬੰਦਗੀ ਵਾਲੇ ਨੇ, ਸਿਮਰਨ ਵਾਲੇ ਨੇ, ਤਾਂ ਉਹਦੇ ਕੁੱਖੋਂ ਬੰਦਗੀ ਕਰਨ ਵਾਲਾ ਪੈਦਾ ਹੋਏਗਾ, ਸਿਮਰਨ ਕਰਨ ਵਾਲਾ। ਅੱਜ ਆਪਾਂ ਬੱਚਿਆਂ ਦਾ ਕਸੂਰ ਜ਼ਿਆਦਾ ਕੱਢਦੇ ਹਾਂ, ਇਹਦੇ 'ਚ ਕਸੂਰ ਮਾਵਾਂ ਦਾ ਜ਼ਿਆਦਾ ਹੈ। ਜਦ ਮਾਂ ਨੇ ਬੱਚੇ ਨੂੰ ਜਨਮ ਦੇਣਾ ਸੀ, ਇਹਦਾ ਮੰਜਾ ਟੀਵੀ ਦੇ ਅੱਗੇ ਡਾਇਆ ਹੋਇਆ ਸੀ ਕਿ ਮੇਰਾ ਮਨ ਲੱਗਿਆ ਰਹਿ ਗਿਆ, ਇੱਥੇ ਡਾਹ ਦਿਓ ਅੱਗੇ। ਤੇ ਮਾਂ ਨੱਚਦਿਆਂ ਟੱਪਦਿਆਂ ਨੂੰ ਦੇਖਦੀ ਰਹੀ ਹੈ, ਟੋਪੀਆਂ ਵਾਲਿਆਂ ਨੂੰ ਦੇਖਦੀ ਰਹੀ ਹੈ। ਤੇ ਹੁਣ ਸਮਾਧੀਆਂ ਵਾਲੇ ਕਿੱਥੋਂ ਪੈਦਾ ਹੋਣਗੇ ਸਾਧ ਸੰਗਤ? ਹੁਣ ਤਾਂ ਮੁਰਕੀਆਂ ਵਾਲੇ ਪੈਦਾ ਹੋਣਗੇ, ਜਾਂ ਫਿਰ ਪਟਿਆਂ ਵਾਲੇ, ਜਾਂ ਫਿਰ ਟੋਪੀਆਂ ਵਾਲੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਪਹਿਲਾਂ ਮਾਂ ਗੁਰਦੇਵ ਹੈ। ਕੋਈ ਜੰਮਦਾ ਗੁਰੂ ਕੋਲ ਜਾਂਦਾ ਹੈ, ਮਾਂ ਦੀ ਗੋਦ 'ਚ ਪਲਦਾ ਹੈ, ਫਿਰ ਕਿਹਦੀ ਉਂਗਲੀ ਫੜ ਕੇ ਤੁਰਦਾ ਹੈ? ਪਿਤਾ। ਫਿਰ ਗੁਰਦੇਵ ਪਿਤਾ ਹੈ। ਪਿਤਾ ਦੀ ਮਰਜ਼ੀ ਹੈ, ਭਾਵੇਂ ਗੁਰਦੁਆਰੇ ਲੈ ਜਾਏ ਤੇ ਭਾਵੇਂ ਨਾਈ ਕੋਲ ਲੈ ਜਾਏ, ਉਹ ਤਾਂ ਪਿਓ ਦੀ ਮਰਜ਼ੀ ਹੈ ਨਾ ਭਾਈ। ਦੂਜਾ ਪਿਤਾ ਗੁਰੂ ਪਿਤਾ ਹੈ। ਪਿਓ ਦੀ ਮਰਜ਼ੀ ਹੈ ਉਹਨੂੰ ਪੁੱਤਰ ਨੂੰ ਬਣਾਉਣਾ ਕਿਹੋ ਜਿਹਾ। ਜਿਹੜਾ ਪਿਓ ਸ਼ਾਮ ਨੂੰ ਆਪ ਬਹਿ ਕੇ ਪੀਂਦਾ ਹੈ, ਉਹ ਇਹ ਨਾ ਸਮਝ ਲੈ ਕਿ ਮੈਂ ਇੰਜੋਏ ਕਰ ਰਿਹਾ, ਆਪਣੇ ਪਰਿਵਾਰ ਵਾਸਤੇ ਕੰਡੇ ਬੀਜ ਰਿਹਾ। ਉਹਦਾ ਬੱਚਾ ਖੇਡਦਾ, ਪਰ ਦੇ ਉਹਦੇ ਸਾਹਮਣੇ ਸ਼ੀਸ਼ੀ 'ਚ ਪਾਣੀ ਪਾ ਕੇ ਪੀਏਗਾ, ਪਹਿਲਾਂ ਨਕਲ ਕਰੇਗਾ, ਤੇ ਉਹ ਪਿਓ ਦੇਖ ਕੇ ਹੱਸਦਾ ਹੈ। ਹੱਸ ਨਾ, ਕੰਡੇ ਬੀਜ ਰਿਹਾ, ਇਹ ਤੈਨੂੰ ਚੁੱਭਣਗੇ ਜਿੱਦਣ ਤੇਰੇ ਨਿਕਲਦਾ। ਰੋਏਗਾ ਅੱਜ ਸਮਾਂ, ਜੇ ਤੂੰ ਆਪਣੇ ਜੀਵਨ ਨੂੰ ਸੰਵਾਰ ਲਏਗਾ ਤਾਂ ਸਾਰਾ ਪਰਿਵਾਰ ਹੀ ਤੇਰਾ ਸੁਧਰ ਜਾਏਗਾ। ਇਹ ਬੱਚੇ ਕਾਪੀ ਕਰਨਗੇ। ਜਿਹਦੀ ਮਾਂ ਪਿਤਾ ਗੁਟਕਾ ਸਾਹਿਬ ਲੈ ਕੇ ਪਾਠ ਕਰਦਾ, ਉਹਦੇ ਬੱਚੇ ਕਾਪੀ ਲੈ ਕੇ ਕੋਲ ਬੈਠਦੇ ਨੇ, ਮੈਂ ਵੀ ਪਾਠ ਕਰ ਰਿਹਾ। ਪਤਾ ਨਹੀਂ ਬਾਣੀ ਕੀ ਹੁੰਦੀ ਹੈ, ਪਾਠ ਕੀ ਹੁੰਦਾ ਹੈ। ਬੱਚਾ ਕਾਪੀ ਕਰ ਰਿਹਾ ਪਿਤਾ ਦੀ। ਪਿਤਾ ਗੁਟਕਾ ਸਾਹਿਬ ਲੈ ਕੇ ਬੈਠਾ ਹੈ, ਅਤੇ ਉਹਦਾ ਛੋਟਾ ਜਿਹਾ ਬੱਚਾ ਕਾਪੀ ਲੈ ਕੇ ਕੋਲ ਬਹਿ ਕੇ ਮੈਂ ਵੀ ਨਿਤਨੇਮ ਕਰ ਰਿਹਾ। ਤੁਸੀਂ ਬਣਾਉਣਾ ਸੁਰਗ ਬਣਾਉਣਾ ਹੈ ਜਾਂ ਨਰਕ ਬਣਾਉਣਾ ਹੈ? ਤੁਸੀਂ ਕਿਹੜੇ ਰਾਹ ਤੁਰੇ ਹੋ, ਉੱਥੇ ਪਹੁੰਚ ਜਾਓ। ਸਾਧ ਸੰਗਤ ਜੀ, ਜਿੱਡੇ ਮਰਜ਼ੀ ਪ੍ਰਚਾਰਕ ਹੋਣ, ਜਿੰਨੇ ਮਰਜ਼ੀ ਵਿਦਵਾਨ ਹੋਣ, ਜਿਹੜਾ ਅਸਰ ਤੁਹਾਡੇ ਘਰ ਦਾ ਪੈਣਾ ਹੈ, ਕਿਸੇ ਪ੍ਰਚਾਰਕ ਦਾ ਨਹੀਂ ਪੈਣਾ। ਤੁਹਾਡੇ ਕਲਚਰ ਦਾ ਜਿਹੜਾ ਅਸਰ ਪੈਣਾ ਹੈ,
ਜੋ ਤੁਹਾਨੂੰ ਮਾਂ ਪਿਓ ਤੋਂ ਘਰ ਚੋਂ ਮਿਲਣਾ ਬਾਹਰੋਂ ਨਹੀਂ ਮਿਲ ਸਕਦਾ। ਹੁਣ ਤੁਸੀਂ ਦੇਖਣਾ ਘਰ ਨੂੰ ਨਰਕ ਬਣਾਉਣਾ ਹੈ ਕਿ ਬੈਕੁੰਠ ਬਣਾਉਣਾ, ਇਹ ਤੁਹਾਡੇ ਹੱਥ ਵਿੱਚ ਹੈ। ਅੱਜ ਰੁੱਖ ਬੀਜ ਰਹੇ ਹੋ ਛੋਟਾ ਜਿਹਾ, ਜਦ ਵੱਡਾ ਹੋ ਗਿਆ ਫਲ ਫੇਰ ਲੱਗੇਗਾ, ਇਹਨੂੰ ਫੇਰ ਪਤਾ ਲੱਗੇਗਾ। ਮਾਤਾ ਜੀ ਨੂੰ ਕਿਹਾ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਘਰ ਵਾਲੀ ਨੂੰ ਕਿ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰੋ। 7ਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਹੋਇਆ। ਫਿਰ 7ਵੇਂ ਪਾਤਸ਼ਾਹ ਨੂੰ ਜ਼ਿਆਦਾ ਨਾਲ ਰੱਖਦੇ ਨੇ 6ਵੇਂ ਪਾਤਸ਼ਾਹ ਮਹਾਰਾਜ, ਪੋਤਰੇ ਨੂੰ ਜ਼ਿਆਦਾ ਨੇੜੇ ਰੱਖਦੇ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦੇ ਸਿਧਾਂਤ ਅਸੂਲ ਸਮਝਾਉਣੇ ਸੀ ਨਾ ਸਾਰੇ। ਆਪਣੀ ਨਿਗਰਾਨੀ 'ਚ ਹੀ ਪੜ੍ਹਾਉਂਦੇ ਆ ਉਹਨੂੰ, ਸ਼ਾਸਤਰ ਵਿਦਿਆ, ਘੋੜ ਸਵਾਰੀ। ਜਦੋਂ ਟਹਿਲਣ ਜਾਂਦੇ ਨੇ 7ਵੇਂ ਪਾਤਸ਼ਾਹ, ਛੋਟੀ ਜਿਹੀ ਉਮਰ ਹੈ, ਨਾਲ ਹੀ ਜਾਂਦੇ ਨੇ ਆਪਣੇ ਦਾਦੇ ਦੇ ਬਾਗ ਵਿੱਚ, ਤੇ ਜਾਮਾ ਪਾ ਕੇ ਰੱਖਦੇ ਨੇ। ਸਾਹਿਬਜ਼ਾਦੇ ਵੀ ਜਾਮਾ, ਚੋਲਾ, ਕਲੀਆਂ ਵਾਲਾ ਚੋਲਾ ਪਾਇਆ ਹੈ 7ਵੇਂ ਪਾਤਸ਼ਾਹ ਮਹਾਰਾਜ ਨੇ। ਬਾਣੇ ਵਿੱਚ ਵੀ ਬੜਾ ਅਸਰ ਹੈ। ਸੱਚੇ ਪਾਤਸ਼ਾਹ ਨੇ 2 ਹੀ ਬਖਸ਼ਿਸ਼ਾਂ ਕੀਤੀਆਂ ਨੇ, ਬਾਣਾ ਤੇ ਬਾਣੀ। ਬਾਣਾ ਬਾਹਰ ਹੈ, ਬਾਣੀ ਅੰਦਰ ਹੈ। ਬਾਹਰੋਂ ਪਤਾ ਲੱਗਦਾ ਤੂੰ ਕਿਹੜੇ ਖਿਆਲਾਂ ਦਾ ਬੰਦਾ ਹੈ, ਤੇਰਾ ਮਹਿਕਮਾ ਕੀ ਹੈ। ਲਿਬਾਸ ਤੋਂ ਪਤਾ ਲੱਗ ਜਾਏਗਾ। ਜਿਹੜੇ ਅੱਜ ਅੱਧੇ ਨੰਗੇ ਬਾਜ਼ਾਰਾਂ 'ਚ ਫਿਰਦੇ ਹੋ, ਆਪਣੇ ਆਪ ਨੂੰ ਧਰਮਾਤਮਾ ਅਖਵਾ ਸਕਦੇ ਆ? ਉਹ ਤਾਂ ਧਰਮ ਵਾਸਤੇ ਖਤਰਾ ਬਣੇ ਹੋਏ। ਦਾਨੇ ਬੰਦਿਆਂ ਦੇ ਲਿਬਾਸ ਵੀ ਦਾਨੇ ਹੀ ਹੁੰਦੇ ਆ, ਉਹਦੀ ਦਨਾਈ ਉਹਦੇ ਲਿਬਾਸ ਤੋਂ ਹੀ ਪਤਾ ਲੱਗ ਜਾਂਦਾ। ਦਾਨੇ ਪੁਰਸ਼ਾਂ ਦੇ ਲਿਬਾਸ ਦਾਨੇ ਹੀ ਹੁੰਦੇ ਆ, ਤੇ ਜਿਹੋ ਜਿਹੇ ਖਿਆਲ ਹੋਣ ਲਿਬਾਸ ਉਹੋ ਜਿਹੇ ਹੁੰਦਾ ਹੈ। ਆ ਸਾਡੀਆਂ ਮਾਵਾਂ ਬੀਬੀਆਂ ਜਦ ਕਿਤੇ ਮਰਗਤ ਵਾਲੇ ਘਰ ਜਾਂਦੀਆਂ ਨੇ, ਸਾਰੇ ਚਿੱਟੇ, ਬਹੁਤੇ ਬੀਬੀਆਂ ਸਾਡੀਆਂ ਦੇ ਦੁਪੱਟੇ ਸਿਰਾਂ 'ਤੇ ਚਿੱਟੇ ਹੁੰਦੇ ਆ। ਕਿਉਂ ਜੀ? ਅੱਜ ਇੱਥੇ ਰੰਗੀਲੇ ਪਟਕੀਲੇ ਨਹੀਂ, ਇੱਥੇ ਮਰਗਤ ਦੀ ਬਾਤ ਹੈ, ਸੋਗ ਦੀ ਬਾਤ ਹੈ। ਤੇ ਸੱਚੇ ਪਾਤਸ਼ਾਹ ਕਹਿੰਦਾ ਫਿਰ ਚਮਕੀਲੇ ਭੜਕੀਲੇ ਪਾਏਗਾ ਕਿੱਥੇ? ਇਹ ਤਾਂ ਸਾਰਾ ਹੀ ਮੌਤ ਦਾ ਮੰਡਲ ਹੈ। ਅੱਜ ਕਿਸੇ ਘਰ ਹੈ, ਕੱਲ ਨੂੰ ਕਿਸੇ ਘਰ ਹੈ, ਤੇ ਤੂੰ ਤਾਂ ਪਾ ਕੇ ਸਾਦੇ ਰੱਖਿਆ ਕਰ। ਕੀ ਪਤਾ ਸਭ ਦੀ ਕੂਚ ਤਿਆਰੀ ਏ, ਇਸ ਗੱਲ ਵਾਰੀ ਹੈ। ਕਿੰਨੇ ਕੱਲ ਨੂੰ ਹਾਜ਼ਰੀ ਭਰਨੀ ਹੈ, ਕਿੰਨੇ ਨਹੀਂ ਭਰਨੀ, ਪਤਾ ਹੈ ਕਿਸੇ ਨੂੰ? ਤੇ ਫਿਰ ਕਿੱਥੇ ਕਿਹਨੂੰ ਦਿਖਾਵਾਂਗੇ ਬਈ ਚਮਕੀਲੇ ਭੜਕੀਲੇ? ਤਾਂ ਮਿਰਤ ਮੰਡਲ ਜਗ ਸਾਜਿਆ, ਮਿਰਤ ਮੰਡਲ ਜਗ ਸਾਜਿਆ, ਜੋ ਬਾਲੂ ਘਰ ਬਾਰ, ਮਿਰਤ ਮੰਡਲ ਜਗ, ਮਿਰਤ ਮੰਡਲ ਜਗ ਸਾਜਿਆ। ਜੋ ਬਾਲੂ ਘਰ ਬਾਰ, ਮਿਰਤ ਮੰਡਲ, ਮਿਰਤ ਮੰਡਲ ਜਗ ਸਾਜਿਆ। ਮਿਰਤ ਮੰਡਲ ਜਗ ਸਾਜਿਆ, ਮੌਤ ਦਾ ਮੰਡਲ ਸਭ ਦੇ ਸਿਰ ਤੇ ਖੜੀ ਹੈ। ਕੋਈ ਪਤਾ ਨਹੀਂ, ਕੋਈ ਬਾਂਹ ਖੜੀ ਕਰਕੇ ਦਾਅਵਾ ਹੀ ਨਹੀਂ ਕਰ ਸਕਦਾ।
ਮਹਾਰਾਜ ਕਹਿੰਦੇ ਫਿਰ ਕਿੱਥੇ ਪਾਏਗਾ ਚਮਕੀਲੇ ਭੜਕੀਲੇ, ਕਿਹਨੂੰ ਦਿਖਾਏਗਾ? ਇਹ ਤਾਂ ਕਾਲ ਦਾ ਖਾਜਾ ਤੁਰਿਆ ਫਿਰਦਾ, ਕਦ ਭਖ ਜਾਏਗਾ। ਜਿਹੋ ਜਿਹੇ ਖਿਆਲ ਫਿਰ ਲਿਬਾਸ ਵੈਸਾ ਹੀ ਹੁੰਦਾ ਹੈ। ਸਾਨੂੰ ਬਖਸ਼ੀ ਹੈ ਮਹਾਰਾਜ ਨੇ, ਅੰਦਰ ਬਾਣੀ ਨਾਲ ਜੁੜੇ ਰਹਿਣਾ ਤੇ ਬਾਹਰ ਗੁਰੂ ਕਾ ਬਾਣਾ ਲਿਬਾਸ, ਜੋ ਸਾਡੇ ਪੁਰਖਿਆਂ ਨੇ, ਵੱਡਿਆਂ ਨੇ, ਗੁਰੂਆਂ ਨੇ ਹੁਕਮ ਕੀਤਾ ਹੈ। ਸਾਡਾ ਖਾਣਾ ਵੀ ਪੱਛਮੀ, ਪਾਣਾ ਵੀ ਪੱਛਮੀ, ਬਾਕੀ ਫਿਰ ਬੋਲਣਾ ਵੀ। ਸਾਡੇ ਕਲਚਰ ਹੋਰ ਨੇ, ਸਾਡੇ ਇਤਿਹਾਸ ਹੋਰ ਹੈ, ਸਾਡਾ ਰਹਿਣਾ ਸਹਿਣਾ, ਖਾਣਾ ਪੀਣਾ ਦੁਨੀਆ ਤੋਂ ਵਿਲੱਖਣ ਹੈ, ਸਾਡਾ ਜੀਵਨ ਦੁਨੀਆ ਤੋਂ ਨਿਆਰਾ ਹੈ। ਸਵਾਉ ਸਾਧ ਸੰਗਤ ਜੀ, ਜਾਮਾ ਪਹਿਨਿਆ ਹੋਇਆ ਸੱਤਵੇਂ ਪਾਤਸ਼ਾਹ, ਛੋਟੀ ਜਿਹੀ ਉਮਰ ਹੈ ਮਹਾਰਾਜ ਦੀ, ਅਜੇ ਬਚਪਨ ਅਵਸਥਾ ਹੈ ਤੇ ਬਾਣਾ ਪਾਇਆ ਹੈ, ਜਾਮਾ ਚੋਲਾ। ਆਪਣੇ ਦਾਦੇ ਦੇ ਮਗਰ ਮਗਰ ਟਹਿਲ ਰਹੇ ਨੇ ਬਾਗ ਦੇ ਵਿੱਚ। ਫੁੱਲ ਲੱਗਿਆ ਟਾਹਣੀ ਨਾਲ ਤੇ ਝੁਕੀ ਹੋਈ ਹੈ ਰਸਤੇ ਵੱਲ, ਬੜਾ ਸੁੰਦਰ ਫੁੱਲ ਸੀ। ਜਦ ਸੱਤਵੇਂ ਪਾਤਸ਼ਾਹ ਮਹਾਰਾਜ ਮਗਰ ਮਗਰ ਆ ਰਹੇ ਸੀ ਆਪਣੇ ਦਾਦੇ ਗੁਰੂ ਦੇ, ਜਾਮੇ ਨਾਲ ਫੁੱਲ ਲੜਿਆ ਤੇ ਟੁੱਟ ਗਿਆ, ਥੱਲੇ ਡਿੱਗਿਆ ਪਿਆ। ਜਦੋਂ ਮੁੜ ਕੇ ਆਏ ਕਹਿਣ ਲੱਗੇ, ਲਾਲ ਜੀ ਆ ਫੁੱਲ ਬੜਾ ਸੋਹਣਾ ਸੀ, ਕਿਵੇਂ ਟੁੱਟ ਗਿਆ? ਗੁਰੂ ਕੇ ਸਾਹਿਬਜ਼ਾਦੇ ਸੀ। ਸੱਚ ਬਹੁਤ ਵੱਡਾ ਗੁਣ ਹੈ। ਜਿੱਡੀ ਮਰਜ਼ੀ ਗਲਤੀ ਹੈ ਕਿਸੇ ਦੀ, ਸੱਚ ਕਹਿ ਦਿਓ ਉਸੇ ਵੇਲੇ ਬਰੀ। ਇੱਕ ਗਲਤੀ, ਦੂਜਾ ਝੂਠ, ਦੋ ਪਾਪ, ਖਤਮ ਭਾਵਨਾ ਸ਼ਰਧਾ। ਭੁੱਲ ਹੋ ਗਈ, ਗਲਤੀ ਹੋ ਗਈ, ਗਲਤੀ ਹੋ ਗਈ ਜੀ, ਨਹੀਂ ਮੁੜ ਕੇ ਖਤਮ ਹੋ ਗਿਆ। ਇੱਕ ਪਾਪ ਕਰਦਾ ਹੈ, ਗਲਤੀ ਕਰਦਾ ਹੈ, ਦੂਜਾ ਫਿਰ ਝੂਠ ਬੋਲਦਾ ਨਾਲ, ਫਿਰ ਜਿਹੜੀ ਮੈਲ ਥੰਧਿਆਈ ਨਾਲ ਕੱਪੜੇ 'ਚ ਪੈ ਜਾ, ਉੱਥੇ ਸਾਬਣ ਨਹੀਂ ਫਿਰ ਲੱਗਦੀ ਹੈ, ਜੇ ਲਾਓਗੇ ਵਿੱਚ ਹੀ ਜੰਮ ਜਾਏਗੀ। ਇਸ ਕਰਕੇ ਆਪਾਂ ਭੁੱਲਣਹਾਰਾਂ, ਗੁਰੂ ਬਖਸ਼ਣਹਾਰਾ ਹੈ। ਮਹਾਰਾਜ ਪਿਛਲੇ ਔਗਣ ਬਖਸ਼ ਲੈ, ਪਰ ਵਾਗੈ ਮਾਰਗ ਪਾਵੈ, ਬਖਸ਼ਣਹਾਰਾ ਗੁਰੂ। ਪਰ ਜੇ ਨਾ ਕਰੇ ਤਾਂ ਬਖਸ਼ਿਆ ਜਾਂਦਾ ਹੈ। ਪਹਿਲਾਂ ਵੀ ਕਰੇ, ਫਿਰ ਬਖਸ਼ਾ ਕੇ ਫਿਰ ਕਰੇ, ਫਿਰ ਸਾਧ ਸੰਗੀ ਅਗਲਾ ਪਿਛਲਾ ਇਕੱਠਾ ਹੀ ਹੋ ਜਾਂਦਾ ਕੰਮ। ਇਕਬਾਲ ਕਰ ਲਵੇ, ਇਹ ਵੀ ਕਾਨੂੰਨ ਹੈ ਨਾ ਕੋਰਟ ਦੇ ਵਿੱਚ, ਵੀ ਮੇਰੇ ਤੋਂ ਹੀ ਭੁੱਲ ਹੋ ਗਈ, ਮੈਂ ਅੱਜ ਤੋਂ ਲੱਗ ਕੇ ਚੋਰੀ ਨਹੀਂ ਕਰਾਂਗਾ ਕਦੇ ਵੀ, ਮੈਂ ਤੋਬਾ ਕਰਦਾ, ਛੱਡਦਾ। ਕੋਰਟ ਕਾਨੂੰਨ ਹੈ ਕਿ ਉਹਨੂੰ ਛੱਡ ਦਿਓ, ਵੀ ਅੱਗੇ ਨੂੰ ਨਹੀਂ ਕਰੇਗਾ। ਜੇ ਕਰ ਲਈ ਨਾ ਫਿਰ ਉਹ ਪਿਛਲਾ ਵੀ ਨਾਲ ਹੀ ਲੱਗ ਜਾਏਗਾ। ਤੂੰ ਪਹਿਲਾਂ ਕਿਹਾ ਸੀ ਪਰ ਤੂੰ ਜਾਣ ਬੁੱਝ ਕੇ ਕਰ ਰਿਹਾ ਹੈ। ਸਵਾਉ ਸਾਧ ਸੰਗਤ ਜੀ ਕਹਿੰਦੇ, ਗੁਰੂ ਪਿਤਾ ਜਾਮੇ ਨਾਲ ਅੜ ਕੇ ਫੁੱਲ ਟੁੱਟ ਗਿਆ। ਇੰਨਾ ਹੀ ਬਚਨ ਕੀਤਾ ਛੇਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ, ਲੰਮਾ ਜਾਮਾ ਪਾਉਣਾ ਹੈ ਤਾਂ ਸੰਭਲ ਕੇ ਤੁਰਨਾ, ਬਸ ਇੰਨਾ ਹੀ ਬਚਨ। ਸਾਰੀ ਜ਼ਿੰਦਗੀ ਜਿੰਨਾ ਚਿਰ ਸੱਤਵੇਂ ਪਾਤਸ਼ਾਹ ਮਹਾਰਾਜ ਦੀ ਉਮਰ ਰਹੀ, ਜਦੋਂ ਤੁਰਦੇ ਸੀ ਇੱਕ ਪਾਸਿਓਂ ਆਪਣਾ ਚੋਲਾ ਫਿਰ ਤੁਰਦੇ ਸੀ ਸਾਰੀ ਉਮਰ। ਬਚਨ ਕਿਵੇਂ ਕਮਾਈ ਦਾ, ਅੰਦਰ ਭਾਵਨਾ ਐਵੇਂ ਕਿ ਜੋ ਬਚਨ ਗੁਰੂ ਬੰਦਾ, ਮੈਂ ਖਿੱਚ ਕੇ ਗੰਢ ਦੇ ਕੇ ਹਿਰਦੇ 'ਚ ਗੰਢ ਦੇ ਲਈ, ਅੱਜ ਤੋਂ ਲੱਗ ਕੇ ਨਹੀਂ ਹੋ। ਜਦੋਂ ਤੁਰਦੇ ਸੀ ਸੱਤਵੇਂ ਪਾਤਸ਼ਾਹ ਮਹਾਰਾਜ ਇਕੱਠਾ ਕਰਕੇ, ਇੱਥੇ ਰੋਜ਼ ਉਪਦੇਸ਼ ਹੈ, ਰੋਜ਼ ਹੀ ਕਹਿਣਾ, ਆਪਾਂ ਪਰਵਾਹ ਨਹੀਂ ਕਰਦੇ ਕਿਸੇ ਦੀ। ਪਹਿਲਾਂ ਤਾਂ ਰੱਬ ਦੀ ਪਰਵਾਹ ਸਾਰਿਆਂ ਨੂੰ ਕਰਨੀ ਪੈਂਦੀ ਹੈ। ਤੈਨੂੰ ਪਰਵਾਹ ਤਾਂ ਬੜੀਆਂ ਹੀ ਕਰਨੀਆਂ ਪੈਣਗੀਆਂ, ਪਰ ਜੇ ਗੁਰੂ ਦੀ ਸਤਪੁਰਸ਼ਾਂ ਦੀ ਕਰ ਲੈਂਗਾ ਫਿਰ ਤੂੰ ਬੇਪਰਵਾਹ
ਕਰ ਅਰਦਾਸ ਕਰਿਆ ਕਰ ਸੱਚਿਆ ਪਾਤਸ਼ਾਹ। ਇਹ ਜਿਹੜਾ ਸਰੀਰ ਅਪਾਹ ਜਾਨਾ ਕਰਦੀ, ਮੈਂ ਬੇਪਰਵਾਹ ਕਹਿਣਾ ਫਿਰਦਾ, ਕਿਤੇ ਮੇਰੇ ਮੂੰਹ 'ਚ ਪਾਣੀ ਦੂਜਾ ਚਮਚੇ ਨਾ ਪਾਉਂਦਾ ਫਿਰੇ ਤੇ ਮੈਂ ਸਹਿਕਦਾ ਹਾਂ ਪਾਣੀ ਤਾਂ ਪਾ ਦਿਓ, ਇਹ ਨਾ ਆਖਿਆ ਕਰ। ਅਰਦਾਸ ਕਰਿਆ ਕਰ। ਗਰੀਬ ਨਵਾਜ਼ ਤੁਹਾਡੇ ਆਸਰੇ ਸਮਾਂ ਗੁਜ਼ਰਦਾ, ਕਿਰਪਾ ਕਰੋ ਇਹ ਸਫਲਾ ਹੋ ਜਾਏ ਜੀਵਨ। ਉਹ ਬੇਪਰਵਾਹੀ ਦੀ ਅਵਸਥਾ ਬੜੀ ਦੂਰ ਹੈ, ਆਉਂਦੀ ਹੈ, ਗੁਰੂ ਕਿਰਪਾ ਕਰਦਾ, ਪਰ ਹੁਕਮ ਵਿੱਚ ਰਹਿ ਕੇ ਆਉਂਦੀ ਹੈ। ਭੈ ਵਿੱਚ ਰਹਿ ਕੇ ਨਿਰਭੈ ਹੋਣਾ ਪੈਂਦਾ। ਨਿਰਭਉ ਜਪੈ ਸਗਲ ਭਉ ਮਿਟੈ। ਪਹਿਲਾਂ ਭਉ 'ਚ ਰਹਿਣਾ ਪਏਗਾ ਤੈਨੂੰ ਗੁਰੂ ਦੇ ਹੁਕਮ 'ਚ, ਫਿਰ ਤੇਰੀ ਅਵਸਥਾ ਆਏਗੀ। ਫਿਰਦੇ ਅਵਾਰਾ ਡੰਗਰਾਂ ਵਾਂਗੂ ਨੇ ਤੇ ਅਸੀਂ ਪਰਵਾਹ ਨਹੀਂ ਕਰਦੇ, ਨਹੀਂ ਕਰਦੇ ਪਰਵਾਹ। ਤੁਹਾਨੂੰ ਕਰਾਵੇ ਤਾਂ ਕਹੋ ਵੀ, ਕੋਈ ਕਹਿੰਦਾ ਵੀ ਨਹੀਂ ਆਪ ਹੀ ਅਸੀਂ ਡਰਦੇ ਨਹੀਂ, ਅਸੀਂ ਡਰਦੇ ਨਹੀਂ। ਡਰਦੇ ਤਾਂ ਨਹੀਂ, ਕੋਈ ਡਰਾ ਵੀ ਰਿਹਾ ਤੁਹਾਨੂੰ, ਕੋਈ ਡਰਨ ਵਾਸਤੇ ਕਹਿ ਰਿਹਾ ਤੇ ਉਹ ਅੰਦਰੋਂ ਜ਼ਿਆਦਾ ਡਰ ਰਿਹਾ ਜਿਹੜਾ ਕਹਿੰਦਾ ਮੈਂ ਨਹੀਂ ਡਰਦਾ। ਉਹਨੂੰ ਪਤਾ ਹੈ ਅਸੀਂ ਨਹੀਂ ਪਿੱਛੇ ਹਟ ਸਕਦੇ। ਅੰਦਰੋਂ ਸਥਿਤੀ ਡਾਵਾਂਡੋਲ ਹੋ ਗਈ ਇਹਨਾਂ ਦੀ ਹੁਣ, ਤਾਂ ਕਹਿ ਰਹੇ ਨੇ ਅਸੀਂ ਪਿੱਛੇ ਨਹੀਂ ਹਟਣਾ। ਮਤਲਬ ਅੰਦਰੋਂ ਖਤਮ ਹੋ ਗਿਆ ਕੰਮ, ਹੁਣ ਵੀ ਲੱਕੋਂ ਖਤਮ ਹੋ ਗਏ ਆ, ਹੁਣ ਕਰੀਏ ਕੀ। ਹੁਣ ਕੋਈ ਵਿਚੋਲੇ ਲੱਭਦੇ ਫਿਰਦੇ ਨੇ ਵੀ ਚਲੋ ਤੇਰੇ ਕਹੇ ਤੇ ਅਸੀਂ ਕਰਤਾ, ਉਂਝ ਅਸੀਂ ਕਰਨਾ ਤਾਂ ਹੈ ਨਹੀਂ, ਸਿੱਧੇ ਕਹਿ ਦਿਓ। ਇਹ ਤਾਂ ਹੁਣ ਜਦੋਂ ਫਿਰ ਡੰਕਾ ਵੱਜਿਆ ਅੱਗੇ ਨੂੰ ਵੀ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਤੁਸੀਂ 2200 ਘੋੜ ਸਵਾਰ ਨਾਲ ਰੱਖਣਾ ਹੈ। 7ਵੇਂ ਪਾਤਸ਼ਾਹ ਮਹਾਰਾਜ ਨੇ 2200 ਘੋੜ ਸਵਾਰ ਹਰ ਵੇਲੇ 7ਵੇਂ ਪਾਤਸ਼ਾਹ ਦੇ ਨਾਲ ਰਹਿੰਦੇ ਸੀ। ਮਹਾਰਾਜ ਜੰਗ ਜੁੱਧ ਨੌਬਤ ਨਹੀਂ ਆਏਗੀ ਤੁਹਾਡੇ ਤੱਕ, ਜਿਹੜਾ ਚੜ੍ਹੇਗਾ ਰਾਹ 'ਚ ਹੀ ਰਹਿ ਜਾਏਗਾ। ਕਈਆਂ ਨੇ ਤਿਆਰੀ ਕੀਤੀ, ਆ ਹੀ ਨਹੀਂ ਸਕੇ। ਡਰਨਾ ਨਹੀਂ, ਡਰਾਉਣਾ ਨਹੀਂ ਕਿਸੇ ਤੋਂ, ਬਾਣੀ ਦਾ ਅਦਬ ਸਤਿਕਾਰ ਕਰਨਾ ਹੈ। ਇੱਕ ਅੱਖਰ ਬਦਲਿਆ ਪੁੱਤਰ ਨੇ 7ਵੇਂ ਪਾਤਸ਼ਾਹ ਦੇ ਨੇ, ਅੱਖਰ ਨਹੀਂ। ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ, ਮੁਸਲਮਾਨ ਤੋਂ ਬੇਈਮਾਨ ਹੀ ਆਖਿਆ ਬਸ। ਅੱਖਰ 3 ਕੀ ਬਦਲਿਆ, ਪਿੱਛੇ ਵੀ ਮਾਨ ਹੈ, ਬੇਈਮਾਨ, ਮੁਸਲਮਾਨ ਤੇ 3 ਰਹਿ ਗਏ ਮਗਰ। ਇੰਨਾ ਅਦਬ ਸਤਿਕਾਰ ਕਰਦੇ ਨੇ। ਮਹਾਰਾਜ ਕਹਿੰਦੇ ਜਿੱਧਰ ਤੇਰਾ ਮੂੰਹ ਰਾਮ ਰਿਹਾ ਉੱਧਰ ਚਲਾ ਜਾ, ਮੱਥੇ ਨਹੀਂ ਲੱਗਣਾ। ਮੱਥੇ ਨਹੀਂ ਲੱਗੇਗਾ, ਜਿਹੜਾ ਤੇਰੇ ਮੱਥੇ ਲੱਗੇਗਾ ਉਹ ਸਾਡਾ ਸਿੱਖ ਨਹੀਂ ਹੋਏਗਾ। ਜੇ ਆਪਣਾ ਸਭ ਤੋਂ ਪਿਆਰਾ ਪੁੱਤਰ ਹੁੰਦਾ, ਗ੍ਰਸਤੀ ਨੂੰ ਸਦਾ ਵਾਸਤੇ ਛੇਕ ਦਿੱਤਾ। ਹੁਣ ਅੰਮ੍ਰਿਤ ਜਦੋਂ ਛਕਾਉਂਦੇ ਨੇ 5 ਪਿਆਰੇ, ਕਹਿੰਦੇ ਨੇ ਰਾਮ ਰਾਈਏ, ਧੀਰ ਮੱਲੀਏ, ਗੰਗੂ ਸ਼ਾਹੀ, ਕੁੜੀ ਮਾਰ। ਇਹਨਾਂ ਨਾਲ ਅੰਮ੍ਰਿਤਧਾਰੀ ਖਾਲਸੇ ਨੇ ਵਰਤੋਂ ਭਾਜੀ ਨਹੀਂ ਕਰਨੀ। ਜੇ ਕਰੇਗਾ ਸਿੱਖੀ ਤੋਂ ਖਾਰਜ। ਪਤਤ, ਧੀਰ ਮੱਲੀਏ, ਇਹ ਜਿਹੜੇ ਵਡਭਾਗੇ ਨੇ ਨਾ, ਇਹ ਵੀ ਉਹਨਾਂ ਚੋਂ ਹੀ ਨੇ, ਧੀਰ ਮੱਲੀਆਂ ਚੋਂ ਹੀ ਨੇ। ਇਹਨੇ ਥੰਮ ਸਾਹਿਬ ਗੁਰਦੁਆਰਾ ਅੱਗ ਲਾ ਕੇ ਫਿਰ ਪਹਾੜਾਂ ਨੂੰ ਜਾ ਵੜੇ ਸੀ। ਰਾਮ ਰਾਈਏ, ਜਿਹਨੇ ਤੋਹੀਨ ਕੀਤੀ ਬਾਣੀ ਦੇ ਇੱਕ ਅੱਖਰ ਦੀ, ਅਪਮਾਨ ਕੀਤਾ। ਅੱਜ ਜਿਹੜਾ ਉੱਠਦਾ ਬਾਣੀ ਤੇ ਸਵਾਲ ਕਰੀ ਜਾਂਦਾ ਹੈ, ਜਿਹੜਾ ਉੱਠਦਾ ਇਤਿਹਾਸ ਤੇ ਕਹਿਣ ਵਾਲਾ ਹੀ ਕੋਈ ਨਹੀਂ ਹੈ, ਕੋਈ ਡੰਡੇ ਵਾਲਾ ਉੱਤੇ ਹੈ ਹੀ ਨਹੀਂ ਹੈ। ਮਜਾਲ ਕੀ ਕਿਸੇ ਦੀ ਕਿ ਕਿਸੇ ਬਾਣੀ ਦੀ। ਅੱਜ ਹਾਲਾਤ ਕੀ ਬਣੇ ਹੋਏ ਸਾਡੇ। ਅਸੀਂ ਇਨਸਾਫ ਮੰਗਦੇ, ਅੱਜ ਅਸੀਂ ਇਨਸਾਫ ਮੰਗਦੇ ਫਿਰਦੇ ਹਾਂ।
ਕੁਛ ਮਰਜ਼ੀ ਕਰਦਾ ਫਿਰਦਾ, ਬਰਸ਼ੇ ਲੈ ਖਾਂ ਢਿੱਡ ਭਰਨ ਵਾਸਤੇ ਲੈ ਰਹੇ ਹੋ? ਤੁਹਾਡਾ ਇੰਨਾ ਕੁ ਸੰਬੰਧ ਹੈ ਗੁਰੂ ਨਾਲ? ਕਿੱਥੇ ਆ ਕੇ ਖੜ ਗਏ ਆਪਾਂ? ਇੱਕ ਨੇ ਪਲੰਗ ਡਾਏ ਸੀ ਹਰਿਮੰਦਰ ਸਾਹਿਬ 'ਚ ਆ ਕੇ, 2 ਹੀ ਸਿੱਖ ਆਏ ਸੀ ਬਸ, ਸੁੱਖਾ ਸਿੰਘ, ਮਹਿਤਾਬ ਸਿੰਘ। ਮੁੜ ਕੇ ਪਲੰਗ ਨਹੀਂ ਡਾਇਆ ਉੱਥੇ ਕਿਸੇ ਨੇ। ਕੀ ਸੁਣਦੇ ਆਪਾਂ ਰੋਜ਼, ਕੀ ਹਾਲਾਤ ਨੇ? ਜਿਹੜੇ ਪੰਥ ਵਾਸਤੇ, ਗੁਰੂ ਵਾਸਤੇ ਸੋਚਦੇ ਸੀ, ਅੱਜ ਟੱਬਰ ਵਾਸਤੇ ਸੋਚਦੇ ਨੇ। ਬੱਚਿਆਂ ਦਾ ਕਿਆ ਬਣੇਗਾ, ਪਰਿਵਾਰ ਕਿਆ ਕਰੇਗਾ ਆਪਣਾ। ਜਿੰਨੇ ਪਰਿਵਾਰ ਵਾਰਿਆ ਉਹਦਾ ਕੋਈ ਪਤਾ ਨਹੀਂ ਹੈ। ਸਾਰਾ ਕੁਛ ਵਾਰ ਕੇ, ਉਹਨੂੰ ਬੱਚਿਆਂ ਦਾ ਫਿਕਰ ਨਹੀਂ ਸੀ, ਸਭ ਕੁਛ ਵਾਰ ਕੇ। ਤੇ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਅੱਜ ਅਸੀਂ ਆਪਣੇ ਜਵਾਕਾਂ 'ਤੇ ਆ ਕੇ ਖੜ ਗਏ। ਰੋਜ਼ ਨਵੀਂ ਤੋਂ ਨਵੀਂ ਗੱਲ ਸੁਣਨ ਨੂੰ। ਜਿਉਣ ਦਾ ਅਧਿਕਾਰ ਕੋਈ ਨਹੀਂ, ਵੈਸੇ ਆਪਾਂ ਫਿਰਦੇ ਹਾਂ ਅਜੇ ਵੀ ਜਿਉਂਦੇ, ਅਧਿਕਾਰ ਕੋਈ ਨਹੀਂ ਆਪਾਂ ਨੂੰ ਜੀਵਨ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਹਰਾਮ ਹੈ ਸਾਡਾ ਹੁਣ ਖਾਣਾ, ਐਵੇਂ ਡਿੰਗਾ ਮਾਰੀ ਜੋ ਖੜ ਕੇ, ਫੇਰ ਕੋਈ ਅਧਿਕਾਰ ਨਹੀਂ ਰਿਹਾ ਹੈ। ਮੁਰਦਿਆਂ ਦੀ ਜ਼ਿੰਦਗੀ ਜਿਉਂ ਰਹੇ ਆਪਾਂ ਸਾਰੇ ਲੋਕ। ਜਿਹੜਾ ਕੱਲਾ ਕੱਲਾ ਆਪਣਾ ਝੰਡਾ ਗੱਡ ਕੇ ਖੜ ਜਾਂਦਾ ਸੀ ਨਾ, ਵੀ ਕੌਣ ਕਹਿੰਦਾ ਉਹ ਸਿੰਘ ਮੁੱਕ ਗਿਆ, ਮਾਮਲਾ ਗਰਾਉਣ ਲੱਗ ਜਾਂਦੇ। ਕੱਲੇ ਕੱਲੇ ਆਪਣੀ ਹੋਂਦ ਨੂੰ ਪ੍ਰਗਟ ਕਰ ਦਿੰਦੇ। ਅੱਜ ਹਜ਼ਾਰਾਂ ਸੰਗਤ ਤਾਂ ਉੱਥੇ ਬਰਸ਼ੇ ਲੈ ਖੜੇ ਨੇ, ਅਸੀਂ ਲੋਥਾਂ ਅੰਨ ਖਾ ਕੇ ਤੁਰੇ ਫਿਰੀ ਜਾਂਦੇ ਆਪਾਂ। ਸੁਆਓ ਸਾਧ ਸੰਗਤ ਜੀ, 7ਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ। ਇੱਥੋਂ ਫਿਰ 9ਵੇਂ ਪਾਤਸ਼ਾਹ ਮਹਾਰਾਜ ਕੱਲ੍ਹ ਨੂੰ ਬਾਬੇ ਬਕਾਲੇ ਨੂੰ ਜਾਣਗੇ। ਕੱਲ੍ਹ ਨੂੰ ਆਪਾਂ ਇਹ ਵਿਚਾਰ ਕਰਾਂਗੇ, ਕਿਉਂਕਿ ਸਾਡੀ ਮਜਬੂਰੀ ਇਹ ਹੈ ਕਿ ਸਾਡੇ ਵੱਡਿਆਂ ਨੇ ਟਾਈਮ ਦੀ ਕਦਰ ਕੀਤੀ ਹੈ, ਸਾਨੂੰ ਹੁਕਮ ਹੈ ਸਮੇਂ ਦੀ ਕਦਰ ਕਰਨੀ। ਇਹ ਨਹੀਂ ਸੰਗਤ ਬਹੁਤ ਹੈ, ਅੱਜ ਗੇਟ ਤੱਕ ਬੈਠੀ ਹੈ, ਟਿਕਾ ਵੀ ਬੜਾ ਹੈ, ਚਲੋ ਕੋਈ ਨਹੀਂ 1.5 ਘੰਟਾ ਹੋਰ ਲਾ ਦਿੰਦੇ ਹਾਂ। ਨਹੀਂ, ਲੇਟ ਨਹੀਂ ਕਰਨਾ, ਨਾ ਲੇਟ ਹੋਣਾ। ਸਾਨੂੰ ਹੁਕਮ ਹੈ। ਜਿਨ੍ਹਾਂ ਨੇ ਸਾਨੂੰ ਇਸ ਗੁਰੂ ਕੀ ਸੇਵਾ, ਗੁਰੂ ਸਿੱਖੀ ਨਾਲ ਜੋੜਿਆ, ਸੰਗਤ ਕੀਤੀ ਜਿਨ੍ਹਾਂ ਦੀ, ਉਹਨਾਂ ਦਾ ਇਹ ਅਸੂਲ ਸੀ ਕਿ ਸੰਗਤ ਵੱਡੀ ਹੈ, ਗੁਰੂ ਵੱਡਾ ਹੈ। ਇਕੱਲਾ ਕੀਰਤਨ ਕਰਨ ਵਾਲਾ ਵੱਡਾ ਨਹੀਂ ਕਿ ਉਹ ਮਰਜ਼ੀ ਨਾਲ ਆਵੇ, ਸੰਗਤ ਹਜ਼ਾਰਾਂ ਡੀਕਦੀ ਰਹੇ। ਜੇ ਆਵੇ ਤਾਂ ਆਪਣੀ ਮਰਜ਼ੀ ਨਾਲ ਹੀ ਜਾਵੇ। ਫਿਰ ਤੁਹਾਡੀਆਂ ਡਿਊਟੀਆਂ ਨੇ, ਕਿਸੇ ਨੇ ਸਵੇਰੇ ਡਿਊਟੀ ਜਾਣੀ ਹੈ, ਬੱਚਿਆਂ ਨੇ ਪੜ੍ਹਨ ਜਾਣਾ ਹੈ, ਕੋਈ ਤੁਹਾਡੇ 'ਚ ਨਿਤਨੇਮ ਵੀ ਬੈਠੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵੀ ਕਰਨਾ ਹੈ। ਅਤੇ ਹਰ ਮਰਿਆਦਾ ਅਨੁਸਾਰ ਹੀ ਠੀਕ ਹੈ। ਸਮਾਂ ਆਗਿਆ ਨਹੀਂ ਦਿੰਦਾ। ਇੱਥੋਂ ਵਿਚਾਰ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ। 2 ਦੀਵਾਨ ਤੁਹਾਡੇ ਬਾਕੀ ਰਹਿੰਦੇ ਨੇ। ਬਾਬਾ ਧਰਮ ਸਿੰਘ ਜੀ ਹੈਡ ਗ੍ਰੰਥੀ, ਉਹ ਵੀ ਦੱਸ ਰਹੇ ਸੀ, ਅਸੀਂ ਵੀ ਗੁਰਮੁਖ ਪਿਆਰਿਆਂ ਨੂੰ ਬੇਨਤੀ ਕੀਤੀ ਸੀ, ਬਾਅਦ ਵਿੱਚ ਅੰਮ੍ਰਿਤ ਛਕਣ ਵਾਲੀ ਸੰਗਤ ਨੂੰ ਬੇਨਤੀ ਕਰਿਓ ਕਿ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕ ਕੇ ਆਪਣਾ ਜਨਮ ਸਫਲਾ ਕਰੇ। ਸੋ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ, ਤਿਆਰੀ ਕਰੋ ਜੀ, ਕਿਉਂਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਆਨੰਦਾ, ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ। ਕੀ ਪਤਾ ਮੁੜ ਕੇ ਜਨਮ ਮਿਲਣਾ ਕਿ ਨਹੀਂ ਮਿਲਣਾ। ਨਗੁਰੇ ਮਰ ਗਏ ਕਿਤੇ ਜੰਮਦੇ ਮਰਦੇ ਨਾ ਫਿਰੀ ਜਾਈਏ, ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ। ਸੋ ਇਸ ਕਰਕੇ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ, ਆਪਣੇ ਨਾਂ ਲਿਖਾਈ ਜਾਓ। ਪਰਸੋਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਜਾਏਗਾ। ਹੁਣ ਸਮਾਂ ਅੱਗੇ ਆਗਿਆ ਨਹੀਂ ਦਿੰਦਾ, ਪਰ ਅਜੇ ਸਮਾਪਤੀ ਵੀ ਨਹੀਂ ਹੋਈ ਸਾਧ ਸੰਗਤ ਜੀ। ਜੇ ਅਸੀਂ ਅੱਧਾ ਘੰਟਾ ਹੋਰ ਨਾ ਭੋਗ ਪਾਉਂਦੇ ਫਿਰ ਵੀ ਤਾਂ ਬਹਿਣਾ ਹੀ ਸੀ ਆਪਾਂ। ਹੁਣ 5 ਮਿੰਟ ਹੋਰ ਲੱਗਣੇ। ਦੇਖੋ ਕਿੱਡੇ ਕਮਜ਼ੋਰ ਨੇ ਮਨ, ਵੀ ਕਿਤੇ ਫੇਰ ਦੀਵਾਨਾ ਸ਼ੁਰੂ ਕਰ ਲੈਣ, ਇਹਨਾਂ ਦਾ ਕੀ ਪਤਾ ਲੱਗਦਾ। ਨਾਲੇ ਭੋਗ ਪੈਣ ਲੱਗਿਆ, ਉੱਠ ਉੱਠ ਕੇ ਜਾਣ ਲੱਗ ਗਏ, ਘਰ ਭੱਜ ਜਾਣਗੇ ਪਰਾਂ ਨੂੰ, ਬਾਰਨਾ ਚਲੇ ਜਾਣ ਸਿਆਉਣੇ ਵਾਲੇ ਨੇ, ਕਿਤੇ ਉੱਥੇ ਲੱਭਦੇ ਫਿਰੀ ਜੀ। ਇਹ ਘਰ ਇੱਥੇ ਹੀ ਨੇ, ਛੱਡ ਛੱਡ ਕੇ ਆਪਾਂ ਚਲੇ ਜਾਣਾ ਹੈ। ਘਰ ਨਹੀਂ ਕਿਤੇ ਜਾਣਗੇ, ਆਪਾਂ ਹੀ ਚਲੇ ਜਾਣਾ ਹੈ। ਫਿਰ ਇਸੇ ਘਰ ਨੇ ਕੰਮ ਆਉਣਾ। ਬਾਬਾ ਜੀ ਅਰਦਾਸ ਕਰੋ,
ਇਸ ਘਰ ਆ ਕੇ ਫਿਰ ਤੇਰੀ ਅਰਦਾਸ ਹੋਣੀ ਹੈ। ਉੱਥੇ ਤਾਂ ਫਿਰ ਤੈਨੂੰ ਕਿਸੇ ਨੇ ਸੁਪਨੇ 'ਚ ਨਹੀਂ ਦੇਖਣਾ ਹੈ। ਅੱਜ ਦਰ ਭੱਜ ਭੱਜ ਕੇ ਜਾਣਾ ਨਾ ਜ਼ਿਆਦਾ, ਘਰਦਿਆਂ ਨੇ ਤੈਨੂੰ ਸੁਪਨੇ 'ਚ ਨਹੀਂ ਦੇਖਣਾ ਉੱਥੇ ਕਦੇ ਵੀ। ਇਸ ਕਰਕੇ ਬੇਨਤੀ ਹੈ, ਜਦੋਂ ਆਉਂਦੇ ਹੋ ਜਦ ਮਹਾਰਾਜ ਸਰੂਪ ਜਾਣਗੇ ਫਿਰ ਜਾਣਾ ਚਾਹੀਦਾ। ਸਿਰਫ 5 ਮਿੰਟ। ਜਿਸ ਅਸੀਂ ਟਾਈਮ ਦੇ ਪਾਬੰਦ ਆ, ਤੁਸੀਂ ਸਾਡੇ ਤੋਂ ਵੀ ਕਾਹਲੇ, ਅਜੇ ਨਾ ਹੀ ਲਿਆ ਉੱਠ ਕੇ ਭੱਜ ਲਏ, ਚਲੋ ਵੀ ਚੱਲੀਏ ਕਿਤੇ ਫੇਰ ਸ਼ੁਰੂ ਹੋ ਜਾਏ ਕੰਮ। ਇਹ ਬੇਨਤੀ ਹੈ, ਸਿੱਖਣਾ ਚਾਹੀਦਾ ਹੈ। ਆਪਣਾ ਪਹਿਲਾਂ ਹੀ ਇਹ ਮਨ ਬਣਾ ਕੇ ਜਾਓ, ਸੱਚੇ ਪਾਤਸ਼ਾਹ ਨੂੰ ਵਿਦਾਇਗੀ ਦੇ ਕੇ ਪੂਰੀਆਂ ਮਹਾਰਾਜ ਦੀਆਂ ਖੁਸ਼ੀਆਂ, ਹੁਕਮਨਾਮਾ ਸਾਹਿਬ, ਸੁਖਾਸਨ ਦੀ ਸੇਵਾ, ਫਿਰ ਮਹਾਰਾਜ ਜਾਣਗੇ ਵਿਦਾ, ਵਿਦਾਇਗੀ ਕਰਕੇ ਸਤਿਕਾਰ ਨਾਲ ਖੁਸ਼ੀਆਂ ਲੈ ਕੇ ਫਿਰ ਜਾਣਾ ਚਾਹੀਦਾ ਭਾਈ, ਪਹਿਲਾਂ ਉੱਠ ਕੇ ਨਹੀਂ ਜਾਣਾ ਚਾਹੀਦਾ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਜੀ ਤੇਰਾ ਪੰਥ ਖਾਲਸਾ, ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।
ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਤੂੰ ਠਾਕਰ ਦਾ ਕੁਰਬਾਨੀ ਤੁਧ ਆਗੇ ਅਰਦਾਸ, ਜੀਓ ਪਿੰਡ ਸਭ ਕਹੋ ਨਾਨਕ ਸਭ ਰਾ ਵਾਹਿਗੁਰੂ। ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਵਣਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸਾ ਹੋਈ ਸਹਾਈ, ਅਰਜਨ ਹਰ ਗੋਬਿੰਦ ਨਾਮ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉ ਦਾ ਵੈਧਾਏ। ਸਭ ਥਾਈ ਹੋਏ ਸਹਾਈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਦਰਸ਼ਨ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ, ਅਨਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਹਿਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ। ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਕਾ ਰਾਖਾ ਆਪ। ਵਾਹਿਗੁਰੂ ਹੈ ਕਾਲ ਪੁਰਖ ਆਪਣੇ ਪੰਨ ਦੀ ਸਦਾ ਸਹਾਈ। ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ, ਖੋਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ।
ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨਹਿ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਓ। ਧੰਨ ਧੰਨ ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਂਦਰੀ ਹੈ ਗਰੀਬ ਨਵਾਜ ਪਾਤਸ਼ਾਹ ਜੀਓ। ਆਪ ਜੀਆਂ ਦੀ ਅਪਾਰ ਬਖਸ਼ਿਸ਼ ਹੋਈ ਪਿੰਡ ਸੁਨੇ ਦੀਆਂ ਸੰਗਤਾਂ ਨੂੰ ਅਤੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਨੂੰ ਸਤਿਗੁਰੂ ਜੀ ਆਪ ਜੀਆਂ ਨੇ ਕਿਰਪਾ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਜੀਓ 5 ਦੀਵਾਨਾਂ ਦੀ ਬਖਸ਼ਿਸ਼ ਕੀਤੀ। ਅੱਜ ਆਪ ਜੀਆਂ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਤੀਜੀ ਰਾਤਰੀ ਦੇ ਦੀਵਾਨ ਸਜੇ ਦੀਵਾਨਾਂ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀਆਂ ਦੇ ਦਰੋਂ ਕਰੋਂ ਬਰਸਾਏ ਹੋਏ। ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਉਹਨਾਂ ਦੇ ਸਮੁੱਚੇ ਜਥੇ ਨੇ ਹਾਜ਼ਰੀ ਭਰੀ। ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਦੇ ਇਤਿਹਾਸ ਦੀਆਂ ਵਿਚਾਰਾਂ ਕਰਦੇ ਸਮੇਂ, ਹਰ ਜਸ ਕਰਦੇ ਸਮੇਂ, ਹਾਜ਼ਰੀਆਂ ਭਰਦੇ ਸਮੇਂ ਹੋਈਆਂ तमाम ਭੁੱਲਾਂ ਦੀ ਸਤਿਗੁਰੂ ਜੀ ਖਿਮਾ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ। ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਆਪ ਜੀਆਂ ਦੇ ਦਰ ਤੇ ਸੱਚਖੰਡ ਵਿਖੇ ਪ੍ਰਵਾਨ ਕਰਨੀ। ਸਤਿਗੁਰੂ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਉੱਚ ਕੋਟੀ ਦਾ ਭਾਵ ਦਾਰਾਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਪ੍ਰਦਾਨ ਕਰਨਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਓ ਜੋ ਵੀ ਮਾਈ ਭਾਈ ਅਰਦਾਸਾਂ ਵਿੱਚ ਸ਼ਾਮਲ ਹੋਏ ਸਭ ਦੀਆਂ ਹਾਜ਼ਰੀਆਂ ਆਪ ਜੀਆਂ ਦੇ ਦਰ ਤੇ ਸੱਚਖੰਡ ਵਿਖੇ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ, ਨਿਤਨੇਮ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਰਸਪਰ ਪਿਆਰ ਬਖਸ਼ਣਾ। ਸਤਿਗੁਰੂ ਜੀ ਕਾਰਜ ਗੁਰਮਤਿ ਮਰਜ਼ਾਦਾ ਅਨੁਸਾਰ ਰਾਸ ਕਰਨੇ ਜੀ। ਨਗਰ ਖੜੇ ਵਿੱਚ ਸੁੱਖਾਂ ਦੀਆਂ ਦਾਤਾਂ ਸਮੁੱਚੀ ਸੰਗਤ ਦੇ ਸਿਰ ਪਰ ਮਿਹਰ ਭਰੇ ਹੱਥ ਰੱਖਣੇ। ਹੋਈਆਂ तमाम ਭੁੱਲਾਂ ਦੀ ਸਤਿਗੁਰੂ ਜੀ ਖਿਮਾ ਕਰਨਾ। ਇਲਾਹੀ ਹੁਕਮ ਦੀ ਬਖਸ਼ਿਸ਼ ਕਰੋ। ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਵੱਧ ਚੜ੍ਹ ਕੇ ਹਾਜ਼ਰੀ ਭਰਨ ਦੇ, ਦਰਸ਼ਨ ਦਿਦਾਰੇ ਕਰਨ ਦੇ, ਸਨਮੁਖ ਬੈਠ ਕੇ ਇਲਾਹੇ ਪ੍ਰਾਪਤ ਕਰਨ ਦੇ ਸਤਿਗੁਰੂ ਜੀ ਵੱਲ ਉਦਮ ਭਰੋਸੇ ਬਖਸ਼ਣੇ। ਸਤਿਗੁਰੂ ਜੀ ਹੋਈਆਂ तमाम ਭੁੱਲਾਂ ਦੀ ਖਿਮਾ ਕਰੋ। ਅੱਗੇ ਵਾਸਤੇ ਸਮਤ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ। ਸਹੀ ਪਿਆਰੇ ਮੇਲ ਜਿਨ੍ਹਾਂ ਮੇਰਾ ਪ੍ਰਣਾਮ ਕੀਤਾ ਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲेंगे। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸਰਦਾ ਕਰ ਸੇਵੰਦੇ, ਜੋ ਸਰਦਾ ਕਰ ਸੇਵੰਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸਾਹ ਸਾਹ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰਾ ਚਿੰਦ। ਆਸ ਨਿਤ ਆਗੂ ਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੁ। ਹਰ ਤਨ ਕੇ ਭਰ ਲਿਓ ਭੰਡਾਰ। ਨਾਨਕ ਗੁਰਪੂਰੇ ਨਮਸਕਾਰ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਵੇ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਅਵਨਾਸੀ ਜੀਵਨ ਕੋ ਦਾਤਾ
ਸਿਮਰਤ ਸਭ ਮਨ ਖੋਈ, ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਈ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਨ ਖੋਈ। ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ ਰਹਾਉ। ਬੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਤਿਨ ਕੀ ਧੂਰ ਨਾਨਕ ਦਾਸ ਵਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਬੜ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਵਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।